द अनम्यूट वेख रहे हो तुसी, मैं हाँ साहिब सिंह। इस वक्त की वड्डी खबर सामने आ रही है कि भाई बलवंत सिंह राजोआणा 25 वरियां विच पहली वार जेल ਦੀਆਂ सलाखां तो बाहर ते खुले आसमान हेठां नज़र आए ने। हुण इस दे चलदे पुलिस पेरोल दे अंदर 1 घंटे वास्ते अपने पिता दी अंतिम अरदास विच शमूलियत करन आए ने भाई बलवंत सिंह राजोआणा। इस दे चलदे भाई बलवंत सिंह राजोआणा वल्लों एक स्पीच दी गई है जिसने पंजाब दे विधान सभा चोणां दे माहौल नूं होर भी तनावपूर्वक कर दिता है। बलवंत सिंह राजोआणा दा साफ कहना है कि इस वार वोट अकाली दल नूं ही पाई जावे तां कि उन्हां दे पिता दी मौत नूं जिहड़ा ओह इंसाफ मिल सके। ते नाल ही उन्होंने यह भी कहा कि भगवंत मान एक शराबी कमेडियन ने ते कांग्रेस नूं हराना ही उन्हां दे पिता दी जिहड़ी मौत नूं इंसाफ दिवाना होएगा। इस दे चलदे उन्होंने होर की कुछ कहा, एक बार नज़र मारदे हां। मिलकर पावो देहो सज्जन असीसड़िया जो होवे सहज स्यों मेल सूरज किरण मेले जल का जल हुआ राम ज्योति जोत रली संपूर्ण थिया राम। तन तन श्री गुरु नानक साहिब जी दी पावन पवित्र हजूरी दे विच साडे पिता सरदार जसवंत सिंह जी दी अंतिम अरदास विच शामिल होण आए सारे ही सत्कारयोग शख्सियतां श्रोमणी गुरुद्वारा प्रबंधक कमेटी के प्रधान सरदार हरिंदर सिंह जी धामी, सिंह साहब ज्ञानी गुरबचन सिंह जी खालसा जी, भाई जसवीर सिंह जी रोडे जी और बहुत सारे सत्कारयोग सिंह सारे बैठे ने जिन्हों के बारे मैनूं अजे नजर भी नहीं आते। दमदमी साल वालों भी सिंह साहब पहुंचे हुए ने। सारियां दे ते समूची साध संगत नूं गुरु फतेह प्रवान होवे जी। वाहिगुरू जी का खालसा वाहिगुरू जी की फतेह। खालसा जी जिन्ने सवास उस परमात्मा ने साडे लिखिया ओ भोग के हर इंसान ने इस दुनिया तो चले जाना है। ए शरीरा मेरेया इस जग में आए के क्या तुझ कर्म कमाया कि कर्म कमाया तुझ शरीरा जा तू जग में आया। ਜਿਹੜੇ ਬਜ਼ੁਰਗਾਂ ਦੀ ਅਸੀਂ ਅੱਜ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਹਾਂ, ਉਹਨਾਂ ਦਾ ਜੀਵਨ ਬਹੁਤ ਹੀ ਪ੍ਰੇਰਨਾਦਾਇਕ, ਬਹੁਤ ਹੀ ਚੜ੍ਹਦੀ ਕਲਾ ਵਾਲਾ ਹੈ। ਜਦੋਂ ਉਹਨਾਂ ਦੀ ਜਵਾਨੀ ਸੀ, ਜਵਾਨੀ ਦੇ ਵਿੱਚ ਆਪਣੇ ਆਪ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਫੌਜ ਵਿੱਚ ਭਰਤੀ ਹੋਏ। ਫੌਜ ਵਿੱਚ ਭਰਤੀ ਦੇ ਦੌਰਾਨ ਉਹਨਾਂ ਨੇ 3 ਲੜਾਈਆਂ ਲੜੀਆਂ ਦੇਸ਼ ਦੇ ਲਈ, 1962 ਦੀ, 1965 ਦੀ ਤੇ 1971 ਦੀ। ਸਾਡੇ ਬਜ਼ੁਰਗਾਂ ਨੇ ਦੇਸ਼ ਦੇ ਲਈ 3 ਲੜਾਈਆਂ ਲੜੀਆਂ। ਉਸ ਤੋਂ ਬਾਅਦ ਰਿਟਾਇਰਮੈਂਟ ਲੈ ਕੇ ਪਿੰਡ ਆਪਣੇ ਬੱਚਿਆਂ ਦੇ ਨਾਲ ਰਹਿ ਰਹੇ ਸੀ। ਫਿਰ ਸਾਡੇ ਸਾਰੇ ਸਿੱਖ ਸਮਾਜ ਦੇ ਜ਼ਿੰਦਗੀ ਦੇ ਅੰਦਰ ਇੱਕ ਅਜਿਹੀ ਘਟਨਾ ਘਟਦੀ ਆ ਜਿਸ ਨੇ ਹਜ਼ਾਰਾਂ ਪਰਿਵਾਰਾਂ ਨੂੰ ਉਜਾੜ ਦਿੱਤਾ, ਲੱਖਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ। ਉਹ ਸੀ 1984। ਦਿੱਲੀ ਦੇ ਤਖਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਸਮਾਜ ਦੇ ਅੰਦਰ ਝੋਲੀ ਦੇ ਅੰਦਰ ਜੂਨ 1984 ਪਾਈ, ਨਵੰਬਰ 1984 ਪਾਈ। ਸਾਡੇ ਧਰਮ ਤੇ ਹਮਲਾ ਹੋਇਆ, ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ। ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਦਰਬਾਰ ਸਾਹਿਬ ਦੀ ਪਵਿੱਤਰ ਪ੍ਰਕਾਮਾ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੀ ਗਈ। ਫਿਰ ਨਵੰਬਰ 1984 ਤੇ 10,000 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਦਿੱਲੀ ਦੀਆਂ ਗਲੀਆਂ ਦੇ ਵਿੱਚ। ਦਿੱਲੀ ਦੀਆਂ ਗਲੀਆਂ ਦੇ ਵਿੱਚ 3 ਦਿਨ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ। 3 ਦਿਨ ਦੇ ਕਤਲੇਆਮ ਤੋਂ ਬਾਅਦ ਉਸ ਕਤਲੇਆਮ ਦੇ ਕਰਨ ਵਾਲੇ ਮੁਖੀ ਰਾਜੀਵ ਗਾਂਧੀ ਘਰੋਂ ਬਾਹਰ ਨਿਕਲ ਕੇ, ਆਪਣੇ ਮਹਿਲ ਤੋਂ ਬਾਹਰ ਨਿਕਲ ਕੇ ਇਹ ਗੱਲ ਕਹਿੰਦਾ ਹੈ ਕਿ ਜਦੋਂ ਕੋਈ ਦਰਖਤ ਗਿਰਦਾ ਤਾਂ ਧਰਤੀ ਹਿਲਦੀ ਹੈ ਤਾਂ ਹਜ਼ਾਰਾਂ ਲੋਕ ਮਰ ਹੀ ਜਾਂਦੇ ਨੇ। ਇਹ ਕਹਿ ਕੇ ਇਹ ਸ਼ਬਦ ਸਿਰਫ 3 ਲਾਈਨਾਂ ਨਹੀਂ ਸਨ, ਇਹ ਸ਼ਬਦ ਸਨ ਉਸ ਦੀ ਮਾਨਸਿਕਤਾ ਨੂੰ ਦਰਸਾ ਰਹੇ ਸਨ। ਉਸਨੇ ਖੁਦ ਹੀ ਪੁਲਿਸ, ਖੁਦ ਹੀ ਅਦਾਲਤ, ਖੁਦ ਹੀ ਜੱਜ ਬਣ ਕੇ ਫੈਸਲਾ ਸੁਣਾ ਦਿੱਤਾ, ਸਾਰੇ ਕਾਤਲਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ। ਇਸ ਘਟਨਾ ਨੇ ਸਮੁੱਚੇ ਸਿੱਖ ਸਮਾਜ ਨੂੰ ਬਹੁਤ ਗਹਿਰੇ ਜ਼ਖਮ ਦਿੱਤੇ, ਕਦੇ ਨਾ ਭਰੇ ਜਾਣ ਵਾਲੇ ਸਦੀਵੀ ਜ਼ਖਮ ਦਿੱਤੇ। ਖਾਲਸਾ ਜੀ
ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਨੇ ਸਾਨੂੰ ਇਨਸਾਫ ਦੇਣ ਤੋਂ ਇਨਕਾਰ ਕੀਤਾ। ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਗੈਰਤਮੰਦ ਸਿੱਖ ਨੌਜਵਾਨਾਂ ਦੇ ਹੱਥ ਹਥਿਆਰਾਂ ਤੱਕ ਚਲੇ ਗਏ। ਉਹਨਾਂ ਨੌਜਵਾਨਾਂ ਦੇ ਵਿੱਚ ਸਾਡੇ ਬਜ਼ੁਰਗ ਜਸਵੰਤ ਸਿੰਘ ਜੀ ਦਾ ਬੇਟਾ ਭਾਈ ਹਰਪਿੰਦਰ ਸਿੰਘ ਗੋਲਡੀ ਵੀ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਇਆ। 18 ਸਾਲ ਦੀ ਉਮਰ ਦੇ ਵਿੱਚ ਭਾਈ ਹਰਪਿੰਦਰ ਸਿੰਘ ਗੋਲਡੀ ਕੌਮ ਦੀ ਸੇਵਾ ਕਰਦੇ ਹੋਏ ਸ਼ਹਾਦਤ ਨੂੰ ਪ੍ਰਾਪਤ ਹੋ ਗਏ। ਉਹਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਦੇ ਕਾਰਨ ਪਰਿਵਾਰ ਨੂੰ ਬਹੁਤ ਹੀ ਕਸ਼ਟ ਸਹਿਣੇ ਪਏ, ਦੁੱਖ ਸਹਿਣੇ ਪਏ। ਸਾਡੇ ਬਜ਼ੁਰਗਾਂ ਦੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ। ਇਸੇ ਦੌਰਾਨ ਸਾਡੀ ਭੈਣ ਬੀਬੀ ਅਮਨਦੀਪ ਕੌਰ ਜੀ ਨੂੰ ਸਾਡੇ ਘਰ ਆ ਕੇ ਗੋਲੀਆਂ ਮਾਰੀਆਂ ਪਈਆਂ। ਇਸ ਸੰਘਰਸ਼ ਦੇ ਦੌਰਾਨ ਮੇਰੀ ਮੁਲਾਕਾਤ ਭਾਈ ਹਰਪਿੰਦਰ ਸਿੰਘ ਗੋਲਡੀ ਦੇ ਨਾਲ ਹੁੰਦੀ ਹੈ। ਉਹ ਮੁਲਾਕਾਤ ਮੈਨੂੰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਖਿੱਚ ਕੇ ਪਰਿਵਾਰ ਤੱਕ ਲੈ ਜਾਂਦੀ ਹੈ। ਫਿਰ ਮੈਂ ਉਸ ਪਰਿਵਾਰ ਦਾ ਹਿੱਸਾ ਬਣ ਕੇ ਜਸਵੰਤ ਸਿੰਘ ਜੀ ਅਤੇ ਮਾਤਾ ਸਰਜੀਤ ਕੌਰ ਦੀ ਭੈਣ ਕਮਲਦੀਪ ਕੌਰ ਮੈਨੂੰ ਆਪਣਾ ਭਰਾ ਤੇ ਬਜ਼ੁਰਗ ਮੈਨੂੰ ਆਪਣਾ ਬੇਟਾ ਬਣਾਉਂਦੇ ਨੇ। ਮੈਂ ਕਈ ਸਾਲ ਉਸ ਪਰਿਵਾਰ ਦੇ ਨਾਲ ਰਹਿੰਦਾ, ਪਰ ਉਸ ਪਰਿਵਾਰ ਦੇ ਦਰਦ ਦੇ ਵਿੱਚੋਂ ਸਾਨੂੰ ਕੌਮੀ ਦਰਦ ਮਹਿਸੂਸ ਹੁੰਦਾ ਸੀ। ਮੈਂ ਤੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਅਕਸਰ ਜਦੋਂ ਬਜ਼ੁਰਗਾਂ ਨੂੰ ਮਿਲਣ ਵਾਸਤੇ ਪਿੰਡ ਜਾਂਦੇ ਸੀ, ਚੜ੍ਹਦੀ ਕਲਾ ਦੀਆਂ ਗੱਲਾਂ ਕਰਦੇ ਸੀ, ਕੌਮ ਤੇ ਹੋਏ ਜ਼ੁਲਮ ਦੀਆਂ ਗੱਲਾਂ ਕਰਦੇ ਸੀ। ਆਪਣੇ ਸ਼ਹੀਦ ਹੋਏ ਵੀਰਾਂ ਦੇ ਪ੍ਰਤੀ ਆਪਣਾ ਫਰਜ਼ ਅਦਾ ਕਰਨ ਦੇ ਵਾਸਤੇ ਅਸੀਂ ਵੀ ਆਪਣਾ ਘਰ ਛੱਡ ਕੇ ਸੰਘਰਸ਼ ਵਿੱਚ ਸ਼ਾਮਲ ਹੋ ਗਏ। 31 ਅਗਸਤ 1995 ਨੂੰ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਸ਼ਹਾਦਤ ਨੂੰ ਪ੍ਰਾਪਤ ਹੋ ਗਏ ਤੇ ਉਸ ਤੋਂ ਬਾਅਦ ਮੇਰੀ ਗ੍ਰਿਫਤਾਰੀ ਹੋ ਗਈ। ਮੇਰੇ ਸੰਘਰਸ਼ ਤੋਂ ਵਿੱਚ ਸ਼ਾਮਲ ਹੋਣ ਕਰਕੇ ਵੀ ਸਾਡੇ ਬਜ਼ੁਰਗਾਂ ਨੂੰ ਬਹੁਤ ਦੁੱਖ ਤਕਲੀਫਾਂ ਸਹਿਣੀਆਂ ਪਈਆਂ। ਪਰਿਵਾਰ ਨੂੰ ਬਹੁਤ ਕਸ਼ਟ ਸਹਿਣੇ ਪਏ। ਸਰਕਾਰੀ ਜ਼ਬਰ ਦਾ ਸ਼ਿਕਾਰ ਹੋਣਾ ਪਿਆ। ਖਾਲਸਾ ਜੀ, ਸਾਡੇ ਬਜ਼ੁਰਗਾਂ ਦਾ ਜੀਵਨ ਪ੍ਰੇਰਨਾ ਦਾ ਸਰੋਤ ਜੀਵਨ ਹੈ। ਪਿਛਲੇ 26 ਸਾਲਾਂ ਤੋਂ ਮੇਰੇ ਪਿੱਛੇ ਮੇਰੀ ਭੈਣ ਮੇਰਾ ਜਰਨੈਲ ਬਣ ਕੇ, ਮੇਰੇ ਸੰਘਰਸ਼ ਦਾ ਜਰਨੈਲ ਬਣ ਕੇ ਮੇਰੇ ਨਾਲ, ਮੇਰੀ ਆਵਾਜ਼ ਬਣ ਕੇ ਮੇਰੇ ਨਾਲ ਲੜ ਰਹੀ ਹੈ। ਉਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਸਾਡੇ ਪਿੱਛੇ ਸਾਡੇ ਬਜ਼ੁਰਗਾਂ ਦੀ ਤਾਕਤ ਸੀ। ਉਹ ਐਸੀ ਤਾਕਤ ਸੀ, ਅਸੀਂ ਦਿੱਲੀ ਦੇ ਤਖਤ ਦੇ ਅੱਗੇ ਵੀ ਸਿਰ ਉੱਚਾ ਚੱਕ ਕੇ ਖੜ ਸਕੇ। ਸਾਡੇ ਬਜ਼ੁਰਗ 5 ਸਾਲ ਵਿੜੇ ਤੇ ਨਹੀਂ ਪਏ ਰਹੇ। ਉਹਨਾਂ ਦੇ ਦੋਨੋਂ ਬੱਚੇ ਸ਼ਹੀਦ ਹੋਏ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਸੇ ਪਲ ਆਏ, ਦੋਨਾਂ ਬੱਚਿਆਂ ਦੀ ਅੰਤਮ ਸੰਸਕਾਰ ਕਰਨ ਦਾ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ, ਉਹਨਾਂ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਮਿਲੀ। ਬਹੁਤ ਕੌਮੀ ਕਸ਼ਟ ਸਹਿੰਦੇ ਹੋਏ ਸਾਡੇ ਬਜ਼ੁਰਗ 5 ਸਾਲ ਬਿਸਤਰੇ ਤੇ ਪੈ ਕੇ ਵੀ ਸਾਡੀ ਤਾਕਤ ਬਣੇ ਰਹੇ। ਮੈਂ ਇਹ ਸੰਘਰਸ਼ ਤਾਂ ਹੀ ਲੜ ਸਕਿਆ ਕਿਉਂਕਿ ਮੇਰੇ ਪਿੱਛੇ ਮੇਰੇ ਨਾਲ ਮੇਰੇ ਜਰਨੈਲ ਦੀ ਤਰ੍ਹਾਂ ਵਿਚਰਦੀ ਮੇਰੀ ਭੈਣ ਬੀਬੀ ਕਮਲਦੀਪ ਕੌਰ ਸੀ ਤੇ ਉਹਨਾਂ ਦੇ ਪਿੱਛੇ ਸਾਡੇ ਬਜ਼ੁਰਗ ਇੱਕ ਤਾਕਤ ਬਣ ਕੇ ਖੜੇ ਸਨ। ਖਾਲਸਾ ਜੀ, ਅੱਜ ਮੇਰੇ ਸੰਘਰਸ਼ ਦਾ ਇੱਕ ਥੰਮ ਗਿਰ ਗਿਆ ਹੈ। ਮੈਨੂੰ ਇਸ ਗੱਲ ਸਵੀਕਾਰ ਦੇ ਵਿੱਚ ਕੋਈ ਗਿਲਾ ਨਹੀਂ ਹੈ। ਮੇਰੇ ਸੰਘਰਸ਼ ਦਾ ਇੱਕ ਥੰਮ ਗਿਰ ਗਿਆ ਹੈ। ਅੱਜ ਮੇਰੀ ਭੈਣ ਬੀਬੀ ਕਮਲਦੀਪ ਕੌਰ ਉਹ ਵੀ ਫੱਟੜ ਅਵਸਥਾ ਦੇ ਵਿੱਚ ਆਪਣੇ ਹਾਲਾਤਾਂ ਨਾਲ ਜੂਝਦੀ ਹੋਈ ਮੇਰੇ ਨਾਲ ਅੱਜ ਵੀ ਮੇਰੀ ਤਾਕਤ ਬਣ ਕੇ ਖੜੀ ਹੈ। ਮੈਂ ਉਹਨਾਂ ਬਜ਼ੁਰਗਾਂ ਦੀ ਅੰਤਮ ਅਰਦਾਸ ਵਿੱਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸ ਦੇ ਲਈ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ। ਮੈਂ ਇੱਥੇ ਕਹਿਣਾ ਚਾਹੁੰਦਾ ਹਾਂ, ਮੈਂ ਸਾਰੇ ਜਿਹੜੇ ਤੁਸੀਂ ਸਤਿਕਾਰਯੋਗ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਇੱਥੇ ਕੌਮ ਦੇ ਆਗੂ ਇੱਥੇ ਆਏ ਹੋ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਤੁਹਾਡੇ ਵੱਡੇ ਭਾਗਾਂ ਦੀ ਗੱਲ ਹੈ। ਜਦੋਂ ਵੀ ਇਹ ਸਮਾਗਮ ਖਤਮ ਹੋਏ ਤੁਸੀਂ ਮੇਰੀ ਭੈਣ ਦੇ ਘਰ ਜ਼ਰੂਰ ਜਾਣਾ। ਉਸ ਘਰ ਦੇ ਵਿੱਚ ਬੈਠ ਕੇ ਮਹਿਸੂਸ ਕਰਨਾ ਕਿ ਇਸ ਪਰਿਵਾਰ ਨੇ ਆਪਣੇ ਕੌਮੀ ਫਰਜ਼ ਅਦਾ ਕਰਨ ਵਾਸਤੇ ਕਿੰਨੇ ਕਸ਼ਟ ਸਹੇ। ਤੁਸੀਂ ਉਸ ਘਰ ਦੇ ਵਿੱਚ ਬੈਠ ਕੇ ਇਹ ਮਹਿਸੂਸ ਕਰੋਗੇ ਕਿ ਇਸ ਪਰਿਵਾਰ ਨੇ ਆਪਣੇ ਕੌਮੀ ਫਰਜ਼ ਅਦਾ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਰੱਖੀ। ਕਿਤੇ ਤੁਹਾਡੇ ਤੋਂ ਉਸ ਪਰਿਵਾਰ ਦੇ ਪ੍ਰਤੀ ਆਪਣੇ ਫਰਜ਼ ਅਦਾ ਕਰਨ ਦੇ ਵਿੱਚ
कमी जरूर रह गई है, ये तुहानू उस घर दे विच बैठ के महसूस होएगा। खालसा जी, असी कल भी अपने फर्ज अदा कीते सी, अज भी कर रहे हैं, अगे भी करांगे। मैं इत्थे कहना चाहुंदा हां, साडे बजुर्गां दी आत्मा नूं शांति तां ही मिलेगी। मैं इत्थे खालसा पंथ नूं ये संदेश देना चाहुंदा हां, अकाल पुरख विच विश्वास दा प्रतीक अकाली, हिंदू मुस्लिम सिख ईसाई एकता दा प्रतीक अकाली, सारे धर्मां दे सत्कार दा प्रतीक अकाली, सर्ब सांझी बालता दा संदेश अकाली। मेरी रूह अकाली, मेरा दिल अकाली, हाँ मैं अकाली, हाँ मैं अकाली। चाहुंदा हां इस धरती ते सरकार अकाली। खालसा जी, बोले सो निहाल। उन्हां कातलां दा जिन्हां कातलां ने साडे अकाल तख्त साहिब नूं ढह नहीं कीता, जिन्हां ने हजारां निर्दोष सिखां दा कतलेआम कीता, उन्हां दा राज भाग इस धरती दे मथे ते लग्या होया एक कलंक है। खालसा पंथ दा इस धरती मां दा अपमान है। मेरी सारे खालसा पंथ नूं ये बेनती है कि साडे गुरु साहिबाना ने शहादतां कुर्बानियां सरबंस इस करके नहीं मारिया कि किसी सहूलतां सानूं मिलणगीਆਂ। उन्होंने धर्म दे लई, कौम दी अणख ते गैरत दे लई सरबंस वारिया। आओ आपां सारे, मैं तुहानूं ये बेनती करदा, पहला धाड़वी आंदे सी काबल ते कंधाल वालों इस धरती नूं लुੱਟਣ वास्ते, अज धाड़वी दिल्ली वालों आ रहे ने इस धरती नूं लुੱਟਣ वास्ते। मैं सारिਆਂ नूं बेनती करदा, ਇਹ ਉਹ ਸਾਨੂੰ ਉਹ ਤੁਹਾਨੂੰ ਆਗੂ ਕੌਣ ਦੇ ਰਹੇ ਨੇ? शराबी ते कमेटी कलाकार। खालसा जी, तुसी जाग जाओ, किते सुते ना रह जाना, कोई गलती ना कर लेना। इस धरती, ये धरती पीरा पैगंबरां दी गुरुआं दी धरती है, ये जोधे महाबलियां दी धरती है। ये धरती बाबा दीप सिंह वर्गे सिरलख जोधियां दी है। ये धरती अकाली फूला सिंह वर्गे जरनैलां दी, हरी सिंह नलूए वर्गे जरनैलां दी है। इस धरती से उन्हां कातलां दा राज भाग, उन्हां धाड़वियां दा राज भाग इस धरती दे मथे ते लग्या होया कलंक है। आओ इस कलंक नूं मिटा दईए। साडे बजुर्गां दी आत्मा नूं शांति तां ही मिलेगी जिन्हां ने उन्हां ते जुल्म कीते ने, जिन्हां ने साडे परिवारां नूं उजाड़िया, हजारों मेरे वीर शहीद होए ने। उन्हां दी आत्मा नूं शांति तां ही मिलेगी जे इन्हां दी इस राज भाग दा, इस कातल कांग्रेस के राज भाग दा, इस धरती तो, इस देश तो एक सिख दा फर्ज है जदों भी तुहानूं वोट पाउण दा, जे तुसीं नहीं लड़ सके गल बन्नी जा सकती है, लेकिन वोट पाउण दे अधिकार की वरतों करते समय इस वोट पाउण दे अधिकार नूं अपना हथियार समझ के उन्हां कातलां दे खिलाफ वरतो। बोले सो निहाल। धरती ते श्रोमणी अकाली दल साडी पंथ दी नुमाइंदा जथेबंदी है, साडे पुरखियां दी विरासत है। ये विरासत जिन्नी तगड़ी होएगी, जिन्नी मजबूत होएगी, खालसा जी उन्ने ही साडे हक सुरक्षित रहणगे। साडे उन्हां हजारां इन्हां कातलां दे जुल्म दा शिकार होए, उन्हां हजारां शहीदां, हजारां निर्दोष सिखां दीआं आत्मावां नूं शांति तां ही मिलेगी जदों इन्हां कातलां दा राज भाग इस धरती तो खत्म होवेगा। एक सिख दा फर्ज है जिथे भी कदे उन्हें मौका मिले इन्हां दे खिलाफ वोट करो, इन्हां दे राज भाग नूं खत्म करने लई वोट करो। मेरे पिता नूं, उन्हां हजारां शहीदां नूं तां ही उन्हां दी आत्मा नूं शांति मिलेगी। मैं इन्ना कुछ बोलदा होया तुहाडे तो सारिਆਂ ਨੂੰ मैं धन्नवाद करदा ਜਿਹੜੇ भी ਇੱਥੇ ਸਾਡੇ पिता जी ਦੇ इस समागम ਦੇ ਵਿੱਚ शामिल होने ਲਈ पहुंचे ने। मेरी भैन का योगदान मेरे मैं कई जन्म नहीं दे सकता, मैं नहीं ये समुची कौम ये योगदान दा कोई मुल नहीं उतार सकती। मैं तुहानूं फिर बेनती करदा, तुसीं मेरी भैन के घर जाके बैठ के महसूस करना कि इस परिवार ने अपने कौमी फर्ज अदा करने विच कोई कसर बाकी नहीं छड्डी। तुहाडे तो कोई
ਕਮੀ ਜ਼ਰੂਰ ਰਹਿ ਗਈ ਹੈ, ਇਹ ਤੁਹਾਨੂੰ ਉਸ ਗੱਲ ਦਾ ਅਹਿਸਾਸ ਹੋਵੇਗਾ। ਉੱਥੇ ਬੈਠ ਕੇ ਸਾਡਾ ਜੀਵਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਰਿਹਾ ਹੈ, ਹਮੇਸ਼ਾ ਰਹੇਗਾ। ਅੱਗੇ ਵੀ ਜਦੋਂ ਵੀ ਸਾਨੂੰ ਕੌਮੀ ਫਰਜ਼ ਅਦਾ ਕਰਨ ਦਾ ਕਿਤੇ ਕੋਈ ਵਕਤ ਆਏਗਾ, ਅਸੀਂ ਕਦੇ ਪਿੱਛੇ ਨਹੀਂ ਹਟਾਂਗੇ। ਮੇਰਾ ਇਹੀ ਕਹਿਣਾ ਹੈ, ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ, ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ, ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ। ਸਾਰਿਆਂ ਦੇ ਤੁਸੀਂ ਸਾਰੇ ਇੱਥੇ ਸਾਡੇ ਸਮਾਗਮ ਦੇ ਵਿੱਚ ਚੱਲ ਕੇ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਜਿਨ੍ਹਾਂ ਨੇ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਉਹਨਾਂ ਵੀਰਾਂ ਨੇ ਸਾਡੀ ਇਹ ਇਜਾਜ਼ਤ ਕਰਵਾਈ ਹੈ, ਉਹਨਾਂ ਦਾ ਧੰਨਵਾਦ। ਉਸ ਅਕਾਲ ਪੁਰਖ ਸਭ ਤੋਂ ਵੱਡਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ, ਜਿਸ ਨੇ ਮੈਨੂੰ 26 ਸਾਲਾਂ ਬਾਅਦ 1 ਘੰਟੇ ਲਈ ਆਪਣੇ ਪਿਤਾ ਦੇ ਇਸ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਮੈਨੂੰ ਆਪਣੀ ਭੈਣ ਨੂੰ ਉਹਦੇ ਘਰ ਜਾਣ ਦਾ ਅਜੇ ਮੈਨੂੰ ਘਰ ਨਹੀਂ ਲੈ ਕੇ ਗਏ, ਮੇਰੀ ਭੈਣ ਨੂੰ ਮਿਲਣ ਦਾ ਮੌਕਾ ਮੈਨੂੰ ਦਿੱਤਾ। ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਮੇਰੇ ਤੋਂ ਬੋਲਦੇ ਹੋਏ ਕੋਈ ਇਹੋ ਜਿਹਾ ਸ਼ਬਦ ਨਿਕਲ ਗਿਆ ਹੋਵੇ, ਉਹਦੇ ਲਈ ਮੈਂ ਮਾਫੀ ਚਾਹੁੰਦਾ। ਤੁਸੀਂ ਸਾਰੇ ਸਤਿਕਾਰਯੋਗ ਹੋ, ਬਹੁਤ ਸਾਰਿਆਂ ਨੂੰ ਮੈਂ ਦੇਖ ਵੀ ਨਹੀਂ ਪਾ ਰਿਹਾ, ਇਸ ਕਰਕੇ ਸਾਰਿਆਂ ਦੇ ਲਈ ਬਹੁਤ ਬਹੁਤ ਸਤਿਕਾਰ। ਸਭ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ